सत श्री अकाल, नमस्कार, आदाब अर्जे। मैं बाबा फरीदी नगरी तो सुरिंदर मचाकी लैके हाजिर हाँ। सुरिंदर मचाकी लाइव परत दर परत। तो अज दोस्तों कुछ असी गल्लां करांगे उस करोना काल नाल संबंधित जिहदा काल साडे मुल्क दे विच 24 मार्च तो लागू होया ते अज 18 तरीक नूं ਇਹਦਾ चौथा ਜਿਹੜਾ ਹੈਗਾ स्टेज शुरू हो चुकी है। और इस दरम्यान गृह विभाग वालों जो एडवाइजरी स्टेट गौरमेंटां नूं कीती है, ਉਹਦੇ ਵਿੱਚ स्टेट गौरमेंटां नूं ਇਹ इख्तियार दे ਦਿੱਤੇ ਨੇ कि ਸਾਡੇ समाज ਦੀਆਂ ਵੱਖ-ਵੱਖ गतिविधियां नूं, सरगर्मियां नूं जो लॉकडाउन के दरम्यान तालाबंदी नाल बंद कर दिता सी, ਉਹਨੂੰ हौली हौली खोलना किवें है ते ਉਹਦੀ कुंजी साडी स्टेट गौरमेंटां दे हवाले कर दित्ती है। और अज पहला दिन पंजाब दे विचों करफ्यू खत्म हो गया, रात का कई जिलों च जारी है। और जन जीवन जिहड़ा हैगा आम तौर ते उसे लीहे चढ़दा नज़र आ रहा ਜਿਹੜੇ ਲੀਹੇ ਤੇ करोना ट्रैजेडी तो पहला सी। और बहुत सारे सवाल इस दरम्यान खड़े हुए ने। वो सवाल दरअसल ओहो ਜਿਹੇ ने जिवें कहा जाता है कि तूफान गुजर जाने तो बाद तूफान के असली नुकसान का जायजा लाया जाता। ਜਾਂਦਿਆਂ ਜਾਂਦਿਆਂ ਉਹ ਆਪਣੇ ਨੁਕਸਾਨ ਦੇ ਜਿਹੜੇ ਨਿਸ਼ਾਨ ਨੇ ਉਹ ਛੱਡ ਜਾਂਦਾ। ਹੁਣ ਅਸੀਂ ਵੀ ਉਹ ਜਾਇਜ਼ਾ ਲੈਣਾ ਕਿ ਇਸ ਕਰੋਨਾ ਕਾਲ ਦੇ ਦਰਮਿਆਨ ਸਾਡੀ ਇਕੋਨਮੀ ਨੂੰ ਜੋ ਇੱਕ ਬਹੁਤ ਵੱਡਾ ਨੁਕਸਾਨ ਪਹੁੰਚਿਆ ਲਾਕਡਾਊਨ ਦੇ ਦਰਮਿਆਨ, ਇੱਕ ਤਾਂ ਉਹ ਮੁੱਦਾ, ਕਿਉਂਕਿ ਜਿਹੜੀ ਸਾਡੀ ਇੰਡੀਅਨ ਇਕੋਨਮੀ ਹੈ ਇਹ ਕਾफ़ी समय तो स्लो डाउन वाल हौली हौली वध रही सी। बहुत सारे दे कारण गिनाए गए और खास करके जे इस सैक्टर की शनाख्त करिए तो ये सैक्टर विचों एक तो आटोमोबाइल इंडस्ट्री, रियल एस्टेट ते नाल कुछ होर जुड़ते जिहड़े साडे धंधे ने उन्हां दे। और ਉਹਦੇ स्लो डाउन ਦੇ ਵਿਚਕਾਰ प्रोडक्शन घटाई गई, ਜਿਹਦੀ ਸਭ ਤੋਂ ਵੱਡੀ ਜਿਹੜੀ ਸੱਟ ਹੈ ਮਜ਼ਦੂਰਾਂ ਤੇ ਵੱਜੀ, ਮੁਲਾਜ਼ਮਾਂ ਤੇ ਵੱਜੀ। ਬਹੁਤ ਸਾਰੇ ਮੁਲਾਜ਼ਮ ਕੱਢ ਦਿੱਤੇ ਗਏ। ट्रांसपोर्ट ਧੰਦਾ, ट्रकों का विशेष तौर पर ਧੰਦਾ बड़े ਵੱਡੇ ਤੋਂ ਪੱਧਰ ਤੇ प्रभावित होया। स्पेयर पार्ट्स का ਧੰਦਾ भी प्रभावित होया। और पीरियड चल ही रहा सी लगातार। हालांकि इस दरम्यान रिजर्व बैंक ऑफ इंडिया ने, केंद्र सरकार ने ਵੱਡੇ ਵੱਡੇ ਜਿਹੜੇ बेल आउट पैकेज दे के इस स्लो डाउन ਨੂੰ रोकण ਦੀਆਂ ਕੋਸ਼ਿਸ਼ਾਂ ਕੀਤੀਆਂ। ਤੇ ਉਤੋਂ ਵੱਡੀ ਬਿੱਜ ਆਪ ਹੀ ਕਰੋਨਾ ਵਾਇਰਸ ਦੀ, ਜਿਹਨੂੰ COVID-19 ਕਿਹਾ ਜਾਂਦਾ। ਤੇ ਅੱਜ ਕੇਂਦਰ ਸਰਕਾਰ ਸਾਰੇ स्लो डाउन ਦੇ ਪਿਛਲੇ ਨੂੰ ਇਹਦੇ ਪੇਟੇ ਪਾਉਣ 'ਚ ਪਾ ਰਹੀ ਹੈ। और ठीक है कि 20 ਲੱਖ ਦਾ ਇੱਕ ਬੜਾ ਵੱਡਾ ਪੈਕੇਜ ਦੇ ਕੇ ਯਤਨ ਕੀਤਾ ਜਾ, ਸਾਨੂੰ ਇਹ ਅਹਿਸਾਸ ਕਰਾਉਣ ਦਾ ਯਤਨ ਕੀਤਾ ਜਾ ਰਿਹਾ ਕਿ ਸਰਕਾਰ ਇਸ ਕਰੋਨਾ ਵਾਇਰਸ ਕਾਰਨ ਜੋ ਤਾਲਾਬੰਦੀ ਲੱਗੀ ਹੈ ਇਹਦੇ ਨਾਲ ਜੋ ਸਨਅਤਾਂ ਨੂੰ ਨੁਕਸਾਨ ਹੋਇਆ, ਇੰਡਸਟਰੀ ਨੂੰ ਨੁਕਸਾਨ ਹੋਇਆ, ਟੋਟਲ ਇਕੋਨਮੀ ਨੂੰ ਨੁਕਸਾਨ ਹੋਇਆ, ਉਹਦੀ ਭਰਪਾਈ ਕਰਨ ਲਈ ਸੰਜੀਦਾ ਹੈ ਔਰ ਉਹਨੂੰ ਮੁੜ ਖੜੇ ਪੈਰੀ ਕਰਨ ਲਈ ਸੰਜੀਦਾ ਯਤਨ ਕਰ ਰਹੀ ਹੈ। ਸਾਡੇ ਵਿੱਤ ਮੰਤਰੀ ਮੈਡਮ ਨਿਰਮਲ ਸੀਤਾਰਮਨ ਹੋਰਾਂ ਨੇ ਲਗਾਤਾਰ 5 ਦਿਨ ਇਸੇ ਗੱਲ ਦੀ ਵਿਆਖਿਆ ਕਰਨ ਉੱਤੇ ਲਾਏ ਕਿ ਕਿਹੜੇ ਖੇਤਰ ਨੂੰ ਇਸ ਜਿਹੜੀ ਵੱਡਾ ਮਹਾ ਪੈਕੇਜ ਦੱਸਿਆ ਜਾ ਰਿਹਾ ਔਰ ਇਹ ਮਹਾ ਪੈਕੇਜ ਦੇ ਵਿੱਚੋਂ ਕਿਹੜੇ ਖੇਤਰ ਦੇ ਹਿੱਸੇ ਕੀ ਆਇਆ ਤੇ ਕਿੰਨਾ ਆਇਆ। ਇਹਦੇ ਦਰਮਿਆਨ ਉਹਨਾਂ ਨੇ ਵੀ ਦੱਸਿਆ ਕਿ ਅਸੀਂ ਜਿਹੜੇ ਮਜ਼ਦੂਰ ਵਰਗ ਹੈ ਉਹਨਾਂ ਦੀ ਭਲਾਈ ਲਈ ਅਸੀਂ ਇੰਨਾ ਖਰਚ ਕਰ ਰਹੇ ਹਾਂ। ਕਿਹਾ ਇਹ ਗਿਆ ਕਿ ਭਾਰਤ ਉਹਨਾਂ 5 ਵੱਡੇ ਮੁਲਕਾਂ ਦੇ ਵਿੱਚੋਂ ਹੈ ਜਿਨ੍ਹਾਂ ਨੇ ਆਪਣੀ GDP ਦਾ 10% ਜਿਹੜਾ ਖਰਚ ਕੀਤਾ
ਇਸ ਮਹਾ ਆਰਥਿਕ ਪੈਕੇਜ 'ਤੇ। ਔਰ ਇਹਦੇ ਦਰਮਿਆਨ ਹੀ ਸਾਡੇ ਮੁਲਕ ਦੇ ਜਿਹੜੇ ਹੈਗੇ ਅਰਥ ਸ਼ਾਸਤਰੀ ਨੇ, ਇੰਡਸਟਰੀ ਹੈ, ਪੋਲੀਟੀਕਲ ਪਾਰਟੀਆਂ ਨੇ, ਵੱਖ-ਵੱਖ ਖਿੱਤਿਆਂ ਦੇ ਮਾਹਰ ਨੇ, ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦੀ ਚਰਚਾ ਛਿੜ ਪਈ ਹੈ ਕਿ ਇਹ ਬੇਲ ਆਊਟ ਸੱਚਮੁੱਚ ਬੇਲ ਆਊਟ ਹੈ ਜਾਂ ਇਹਦੇ ਨਾਲ ਸੱਚਮੁੱਚ ਜਿਹੜੀ ਸਾਡੀ ਇੰਡੀਅਨ ਇਕੋਨਮੀ ਹੈ ਰਿਵਾਈਵਲ ਕਰੇਗੀ। ਔਰ ਅਸਲ ਦੇ ਵਿੱਚ ਇਹ ਕਿੰਨਾ ਹੈਗਾ, ਇਹ 'ਤੇ ਵੀ ਚਰਚਾ ਚੱਲ ਰਹੀ ਹੈ। ਔਰ ਇਹਦੇ ਵਿੱਚ ਜੋ ਉੱਭਰ ਕੇ ਇੱਕ ਤੱਥ ਸਾਹਮਣੇ ਆਇਆ ਉਹ ਇਹ ਆਇਆ ਕਿ ਨਾਲ 4 ਲੱਖ ਕਰੋੜ ਮਹਿਜ ਇਹ ਬੇਲ ਆਊਟ ਬਣਦਾ, ਕਿਉਂਕਿ ਜਿਹੜੇ ਬਾਕੀ ਜਿਹੜੇ ਦਿਖਾਏ ਗਏ ਨੇ ਇਹਦੇ ਵਿੱਚ ਵੱਖ-ਵੱਖ ਹਿੱਸੇ ਵਜੋਂ, ਉਹ ਦਰਅਸਲ ਪਹਿਲਿਆਂ ਹੀ ਸਕੀਮਾਂ ਦੇ ਚੱਲਦੇ ਹੋਏ ਜਮ੍ਹਾਂ ਜੋੜ ਨੂੰ ਰੀਪੈਕਿੰਗ ਕਰਕੇ ਰੀਪੈਕੇਜ ਕਰਕੇ ਦੇ ਵਿੱਚ ਦਰਸਾਇਆ ਗਿਆ। ਅਤੇ ਹੁਣ ਇਹ ਖਬਰ ਆਈ ਹੈ ਮਹਿਜ 3.5 ਲੱਖ ਕਰੋੜ ਬਣਦਾ ਹੈ, ਕਿਉਂਕਿ ਪਹਿਲਾਂ ਵੀ ਸਾਡੇ ਜਿਹੜੇ ਅਰਥ ਸ਼ਾਸਤਰੀ ਨੇ ਉਹ ਇਸ ਗੱਲ ਦਾ ਚੇਤਾਵਨੀ ਦੇ ਚੁੱਕੇ ਸੀਗੇ ਜਾਂ ਇਸ ਗੱਲ ਦਾ ਅਲਾਰਮ ਵਜਾ ਚੁੱਕੇ ਸੀ ਕਿ ਜਿਸ ਤਰ੍ਹਾਂ ਸਾਡੀ ਇਕੋਨਮੀ ਦਾ ਸਲੋ ਡਾਊਨ ਹੈ, ਜਿਸ ਤਰ੍ਹਾਂ ਸਾਡਾ ਜਿਹੜਾ ਘਾਟਾ ਵੱਧ ਰਿਹਾ, ਉਹਨੂੰ ਕਾਬੂ ਰੱਖਣ ਵਾਸਤੇ ਬਾਮੁਸ਼ਕਿਲ 4.5 ਲੱਖ ਕਰੋੜ ਰੁਪਈਆ ਜਿਹੜਾ ਬੇਲ ਆਊਟ ਦਿੱਤਾ ਜਾ ਸਕਦਾ। ਅਤੇ ਇਹ ਜਿਹੜਾ ਦਿੱਤਾ ਗਿਆ ਦਰਅਸਲ ਉਹਦੀ ਜਿਹੜੀ ਇਕੋਨਮੀ ਦਾ ਇੱਕ ਹਿੱਸਾ, ਇਹ ਉਹਦੇ ਨਾਲ ਹੀ ਮਿਲਦਾ ਜੁਲਦਾ ਅੰਕੜਾ 3.5 ਜਾਂ 4 ਲੱਖ ਕਰੋੜ। ਔਰ ਕਈ ਤਾਂ ਇਹਨੂੰ ਬਜਟ ਜਿਹੜਾ ਹੈਗਾ ਕਰੋਨਾ ਬਜਟ ਵੀ ਕਹਿ ਰਹੇ ਨੇ। ਹੁਣ ਅਸੀਂ ਜੇ ਦੂਸਰੇ ਮੁਲਕਾਂ ਦੇ ਇਹਦੇ ਮੁਕਾਬਲੇ ਦਿੱਤੇ ਪੈਕੇਜ ਦੀ ਚਰਚਾ ਕਰੀਏ, ਆਪਾਂ ਕਰ ਵੀ ਚੁੱਕੇ ਹਾਂ। ਮੈਂ ਤੁਹਾਡੇ ਤੋਂ ਇਜਾਜ਼ਤ ਲੈ ਕੇ ਕੁਛ ਫਿਗਰਾਂ ਜਿਹੜੀਆਂ ਹੈਗੀਆਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ। ਉਹਦੇ ਮੁਤਾਬਕ ਜਿਹੜਾ ਸਾਡਾ ਅਮਰੀਕਾ ਹੈਗਾ ਉਹਨੇ ਆਪਣੇ GDP ਦਾ 13% ਦੇ ਲਗਭਗ ਖਰਚ ਕੀਤਾ ਔਰ 207 ਲੱਖ ਕਰੋੜ ਰੁਪਈਆ ਜਿਹੜਾ ਉਹਨੇ ਆਪਣੀ ਇਕੋਨਮੀ ਦਾ ਦਿੱਤਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਹਰ ਇੱਕ ਬਾਲਗ ਦੇ ਉਹਨੂੰ 92,000 ਕਰੋੜ ਅਤੇ ਬੱਚੇ ਨੂੰ 30,000 ਕਰੋੜ ਦੇਵਾਂਗੇ, ਜਿਹਦੀ ਨਾਲ ਇਹਨਾਂ ਨੇ ਸ਼ਰਤ ਇਹ ਲਾਈ ਕਿ ਜਿਹਦੀ ਸਾਲਾਨਾ ਆਮਦਨ 57 ਲੱਖ ਜਿਹੜੀ ਹੈਗੀ ਆ ਉੱਥੋਂ ਦੀ ਕਰੰਸੀ ਮੁਤਾਬਕ ਹੋਣੀ ਚਾਹੀਦੀ ਹੈ। ਸਕੂਲੀ ਬੱਚਿਆਂ ਨੂੰ ਉਹਨਾਂ ਨੇ ਮੁਫਤ ਭੋਜਨ ਦੇਣ ਦਾ ਐਲਾਨ ਕੀਤਾ ਔਰ ਮੁਲਾਜ਼ਮਾਂ ਨੂੰ ਵੀ ਉਹਨਾਂ ਨੇ ਕੋਈ 230 ਲੱਖ ਰੁਪਏ ਦਾ ਵੱਡਾ ਪੈਕੇਜ ਦਿੱਤਾ। ਜਾਪਾਨ ਦੀ ਅਸੀਂ ਗੱਲ ਕਰੀਏ ਤਾਂ ਜਾਪਾਨ ਨੇ ਵੀ ਇੱਕ ਬਹੁਤ ਵੱਡੀ ਜਿਹੜੀ ਅਮਾਊਂਟ ਹੈ 21% ਆਪਣੀ GDP ਦਾ ਇਸ 'ਤੇ ਖਰਚ ਕੀਤਾ। 843 ਕਰੋੜ ਰੁਪਈਆ ਇਕੋਨਮੀ ਬਣਦੀ ਹੈ। 71,000 ਜਿਹੜੀ ਉੱਥੋਂ ਦੀ ਕਰੰਸੀ ਹੈ ਉਹਦੇ ਮੁਤਾਬਕ ਹਰ ਵਿਅਕਤੀ ਦੇ ਉਹਨਾਂ ਨੇ ਖੀਸੇ 'ਚ ਪਾਇਆ। ਔਰ ਜਿਹੜੇ ਉੱਥੋਂ ਦੇ ਸੰਤਾਂ ਨੇ, ਸੰਤਾਂ ਦੇ ਜਿਹੜੇ ਵਰਕਰ ਨੇ, ਉਹਨਾਂ ਦੀ ਜੋ ਸੈਲਰੀ ਇਹਨਾਂ ਦਿਨਾਂ 'ਚ ਬੰਦ ਹੋਈ ਹੈ, ਤਨਖਾਹ ਉਜਰਤ ਬੰਦ ਹੋਈ ਹੈ, ਉਹਦਾ 66% ਜਾਪਾਨ ਜਿਹੜੇ ਉਹਦੀ ਨੈਸ਼ਨਲ ਜਿਹੜਾ ਹੈਗਾ ਖਜ਼ਾਨਾ ਉਹਦੇ ਵਿੱਚੋਂ ਦੇ ਰਿਹਾ। ਉਹ ਸਕੂਲੀ ਬੱਚਿਆਂ ਨੂੰ ਵੀ ਉਹਨਾਂ ਨੇ ਇਸੇ ਤਰ੍ਹਾਂ ਜਿਹੜਾ ਹੈਗਾ ਉਹਨਾਂ ਦੀ ਖੁਰਾਕ ਦਾ ਬੰਦੋਬਸਤ ਕੀਤਾ। ਬਰਤਾਨੀਆ 15% ਖਰਚ ਕਰ ਰਿਹਾ ਔਰ ਉੱਥੋਂ ਦੇ ਜਿਹੜੇ ਕਾਰੋਬਾਰੀ ਨੇ, ਛੋਟੇ ਕਾਰੋਬਾਰ ਕੋਈ 15% ਬਣਦੇ ਨੇ, ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ ਇਸ ਜਿਹੜਾ ਹੈਗਾ ਕਰੋਨਾ ਟ੍ਰੈਜਡੀ ਕਰਕੇ। ਅਤੇ ਉਹਦੇ ਵਿੱਚ ਉਹਨਾਂ ਨੇ ਇੱਕ ਤੈਅ ਕੀਤਾ ਕਿ ਜਿਹੜੇ ਉੱਥੋਂ ਦੇ ਕਾਰੋਬਾਰੀ ਨੇ ਉਹਨਾਂ ਦਾ ਜੋ ਪਿਛਲੇ 3 ਸਾਲਾਂ ਦਾ ਮੁਨਾਫਾ ਉਹਦੀ ਐਵਰੇਜ ਕੱਢ ਕੇ 80% ਜਿਹੜਾ ਹੈਗਾ ਉਹਦਾ ਨਕਦ ਉਹਨਾਂ ਨੇ ਅਦਾ ਕਰ ਦਿੱਤਾ। ਜਿਹੜਾ ਕੋਈ ਉੱਥੋਂ ਦੀ ਕਰੰਸੀ ਮੁਤਾਬਕ 2500 ਦੇ ਜੋ ਉਹਨਾਂ ਦੇ ਲੋਕ ਹੈਗੇ ਨੇ ਡਾਲਰ ਜਾਂ ਜੋ ਵੀ ਉਹਨਾਂ ਦੀ ਕਰੰਸੀ ਹੈ ਉਹਦੇ ਮੁਤਾਬਕ 2,38,000 ਸਮਥਿੰਗ ਉਹਨਾਂ ਨੂੰ ਮਿਲਿਆ। ਔਰ ਜਿਹੜੇ ਹੋਟਲ ਨੇ ਉਹਨਾਂ ਨੂੰ ਵੱਡੇ ਹੋਟਲ ਨੂੰ 25,000 ਅਤੇ ਛੋਟੇ ਨੂੰ 10,000 ਪਾਉਂਡ ਦਿੱਤਾ ਗਿਆ। ਅਤੇ ਤਨਖਾਹਾਂ ਦਾ ਉਹ 80% ਜਿਹੜਾ ਉਹਨਾਂ ਦੇ ਮੁਲਾਜ਼ਮ ਨੇ ਉਹਨਾਂ ਦਾ ਦੇ ਰਹੇ ਨੇ। ਡੈਨਮਾਰਕ ਤਨਖਾਹਾਂ ਦਾ 75% ਆਪਣੇ ਕੌਮੀ ਖਜ਼ਾਨੇ 'ਚੋਂ ਖਰਚ ਕਰ ਰਿਹਾ। ਕੈਨੇਡਾ ਉਹ ਵੀ ਇੱਕ ਬੜੀ ਵੱਡੀ ਰਕਮ ਜਿਹੜੀ ਹੈ ਕੋਈ 2,000 ਡਾਲਰ ਦੇ ਰਿਹਾ। ਵਿਦਿਆਰਥੀਆਂ ਨੂੰ ਉਹਨਾਂ ਨੇ 67,000 ਜਿਹੜਾ ਹੈਗਾ ਉਹਨਾਂ ਦਾ ਜੇਬ 'ਚ ਪਾਇਆ ਔਰ ਇਹਦੇ ਵਿੱਚ ਉਹਨਾਂ ਨੇ ਵਿਦਿਆਰਥੀਆਂ ਨੂੰ ਵੀ ਸਾਹਮਣੇ ਰੱਖਿਆ, ਸਰਕਾਰੀ ਗੈਰ ਸਰਕਾਰੀ ਸਾਰਿਆਂ ਨੂੰ ਦਿੱਤਾ। ਜਿਹੜਾ ਡੈਨਮਾਰਕ ਆਪਣਾ ਹਾਂਗਕਾਂਗ ਹੈ ਉਹਦੇ ਵਿੱਚ ਉਹਨਾਂ ਨੇ 67,000 ਦਿੱਤਾ ਅਤੇ ਉਹਨਾਂ ਡੈਨਮਾਰਕ ਨੇ 67,000 ਦਿੱਤਾ ਅਤੇ ਹਾਂਗਕਾਂਗ ਨੇ
99,000 ਦਿੱਤਾ। ਇਹ ਸਾਡੇ ਉਸ ਇਕੋਨਮੀ ਦੇ ਵੱਡੇ ਮੁਲਕ ਨੇ ਉਹਨਾਂ ਨੇ ਪੈਕੇਜ ਦਿੱਤਾ। ਔਰ ਇਹਦੇ 'ਚ ਇੱਕ ਜਿਹੜਾ ਫੈਕਟਰ ਨੋਟ ਕਰਨ ਵਾਲਾ ਹੈਗਾ ਉਹ ਇਹ ਕਿ ਸਾਰਾ ਪੈਸਾ ਉਹਨਾਂ ਨੇ ਕਿਸੇ ਥਰਡ ਪਾਰਟੀ ਰਾਹੀਂ ਨਹੀਂ, ਕਿਸੇ ਥਰਡ ਏਜੰਸੀ ਰਾਹੀਂ ਨਹੀਂ, ਸਗੋਂ ਸਿੱਧਾ ਉਹਨਾਂ ਨੇ ਉੱਥੋਂ ਦੇ ਆਪਦੇ ਲੋਕਾਂ ਦੀਆਂ ਜੇਬਾਂ ਦੇ ਵਿੱਚ ਪਾਇਆ। ਸਾਡੇ ਕੀ ਹੋਇਆ? ਸਾਡੇ ਜਨ ਧਨ ਯੋਜਨਾ 'ਚ 500 ਰੁਪਈਆ ਪਾਇਆ ਗਿਆ ਔਰ ਉਹ ਰਕਮ ਵੀ ਗਿਣਾ ਦਿੱਤੀ ਗਈ ਜਿਹੜੀ ਬਜਟ ਪ੍ਰੋਵੀਜ਼ਨ ਦੇ ਵਿੱਚ ਸ਼ਾਮਲ ਸੀ, ਉਹ ਇਸ ਪੈਕੇਜ ਦੇ ਵਿੱਚ ਗਿਣਾ ਦਿੱਤੀ ਗਈ। ਮੈਂ ਇਸ ਗੱਲ ਨੂੰ ਇੱਥੇ ਛੱਡ ਦਿਆਂ। ਇਹ ਤਾਂ ਜਿਹੜੇ ਸਾਡੀ ਇਕੋਨਮੀ ਨੂੰ ਨੁਕਸਾਨ ਪਹੁੰਚਿਆ ਉਹਦੀ ਭਰਪਾਈ ਦਾ ਸਵਾਲ ਹੈ। ਪਰ ਕਰੋਨਾ ਜਿਹੜੀ ਟ੍ਰੈਜਡੀ ਵਾਪਰੀ ਹੈ ਉਹਦੀ ਆੜ ਦੇ ਵਿੱਚ, ਜਾਂ ਮੈਂ ਇਉਂ ਕਹਿ ਲਵਾਂ ਕਿ ਕਰੋਨਾ ਦੀ ਦਰੀ ਦੇ ਹੇਠਾਂ ਜਿਹੜੇ ਮਸਲੇ ਵਲੇਟ ਕੇ ਇਕੱਠੇ ਕਰਕੇ ਰੱਖ ਦਿੱਤੇ ਨੇ ਸਾਡੇ ਮੁਲਕ ਦੇ ਬਹੁ ਗਿਣਤੀ ਵਸੋਂ ਨਾਲ ਜੁੜਦੇ ਹੋਏ, ਉਹਨਾਂ ਦੀ ਹੁਣ ਜਿਹੜੀ ਭਰਪਾਈ ਹੈ ਉਹਨਾਂ ਨੂੰ ਸਰਫਸ 'ਤੇ ਕਿਵੇਂ ਲਿਆਉਣਾ ਹੈ, ਉਹਨਾਂ ਨੂੰ ਜਿਹੜਾ ਹੈਗਾ ਜਦੋਂ ਸਾਈਡ 'ਤੇ ਧੱਕ ਦਿੱਤਾ ਗਿਆ ਸੀ, ਆਫ ਸੀਨ ਕਰ ਦਿੱਤਾ ਗਿਆ ਸੀ, ਉਹਨਾਂ ਨੂੰ ਲੈਮਲਾਈਟ 'ਤੇ ਕਿਵੇਂ ਲਿਆਉਣਾ। ਅਤੇ ਇਹਦੇ ਨਾਲ ਜੋ ਸਾਡੇ ਜਿਹੜੇ 3 ਪਿੱਲਰ ਗਿਣੇ ਗਏ ਨੇ ਸਾਡੇ ਮੁਲਕ ਦੇ ਸਿਸਟਮ ਦੇ ਨਿਜ਼ਾਮ ਦੇ, ਜਿਹਨੂੰ ਅਸੀਂ ਇੰਡੀਅਨ ਡੈਮੋਕ੍ਰੇਸੀ ਕਹਿੰਦੇ ਹਾਂ, ਬਹੁਤ ਸਾਰੇ ਲੋਕਾਂ ਨੂੰ ਸਮੇਤ ਮੇਰਿਆਂ ਨੂੰ ਇੱਥੇ ਸੰਤੁਸ਼ਟੀ ਨਹੀਂ ਹੋਵੇਗੀ, ਕਿਉਂਕਿ ਇਹ ਜਿਹੜੀ ਡੈਮੋਕ੍ਰੇਸੀ ਹੈ ਇਹ ਪੂੰਜੀਵਾਦੀ ਨਿਜ਼ਾਮ ਦੇ ਸਿਸਟਮ ਦੇ ਵਿੱਚ ਹੀ ਹੈ। ਇਹਦੀਆਂ ਬਹੁਤ ਸਾਰੀਆਂ ਲਿਮੀਟੇਸ਼ਨਾਂ ਨੇ, ਛੋਟਾ ਬਹੁਤ ਘੱਟ ਨੇ, ਫਿਰ ਵੀ ਜਿੰਨੀ ਕੁ ਹੈਗੀ ਹੈ ਅਸੀਂ ਉਹਦੀ ਪ੍ਰਸੰਗਤਾ ਦੇ ਵਿੱਚ ਗੱਲ ਕਰ ਰਹੇ ਹਾਂ। ਗੱਲ ਕਰ ਰਹੇ ਸਾਂ ਅਸੀਂ ਜਿਹੜੇ ਸੰਵਿਧਾਨਕ ਤੌਰ 'ਤੇ ਇਹਦੇ ਪਿੱਲਰ ਮਿਥੇ ਗਏ ਨੇ, ਉਹਨਾਂ ਦੇ ਵਿੱਚੋਂ ਵਿਧਾਨ ਘੜਨੀ, ਕਾਰਜਪਾਲਿਕਾ ਅਤੇ ਫਿਰ ਨਿਆਂਪਾਲਿਕਾ। ਅਤੇ ਚੌਥਾ ਪਿੱਲਰ ਅੱਜ ਕੱਲ੍ਹ ਦੇ ਆਧੁਨਿਕ ਡੈਮੋਕ੍ਰੇਸੀ ਦੇ ਨਾਲ ਇੱਕ ਹੋਰ ਜੋੜਿਆ ਗਿਆ, ਉਹ ਜੋੜਿਆ ਗਿਆ ਮੀਡੀਆ, ਚਾਹੇ ਉਹ ਪ੍ਰਿੰਟ ਮੀਡੀਆ, ਚਾਹੇ ਉਹ ਇਲੈਕਟ੍ਰੋਨਿਕ ਮੀਡੀਆ। ਹੁਣ ਇਹਨਾਂ ਜਿਹੜੇ ਇੰਸਟੀਚਿਊਸ਼ਨ ਨੇ, ਇਹਨਾਂ ਇੰਸਟੀਚਿਊਸ਼ਨਾਂ ਦੇ ਕਰੋਨਾ ਟ੍ਰੈਜਡੀ ਦੇ ਰੋਲਰ ਹੇਠਾਂ ਜੋ ਇਹਨਾਂ ਦਾ ਘਾਣ ਕੀਤਾ ਗਿਆ, ਇਹਨਾਂ ਨੂੰ ਜੋ ਨੁਕਸਾਨ ਪਹੁੰਚਾਇਆ ਗਿਆ, ਇਹ ਇੱਕ ਹੋਰ ਮਸਲਾ ਹੈ। ਕਿਉਂਕਿ ਸਾਡੇ ਸੰਵਿਧਾਨ ਦੇ ਮੁਤਾਬਕ ਜੋ ਸਾਡੇ ਰਾਜਾਂ ਅਤੇ ਕੇਂਦਰ ਦੇ ਵਿੱਚ ਸੰਬੰਧ ਨੇ ਉਹ ਇਕਾਤਮਕ ਸਰਕਾਰਾਂ ਵਾਲੇ ਨਹੀਂ, ਸੰਘਵਾਦੀ ਸਰਕਾਰਾਂ ਵਾਲੇ ਨਹੀਂ। ਔਰ ਜੇ ਅਸੀਂ ਇੰਡੀਅਨ ਕਨਸਟੀਟਿਊਸ਼ਨ ਨੂੰ ਪੜ੍ਹੀਏ ਵੀ ਤਾਂ ਉੱਥੇ ਇਹਨੂੰ ਭਾਰਤ ਨੂੰ ਜਿਹੜਾ ਰਾਜਾਂ ਦਾ ਸੰਘ ਕਹਿ ਕੇ ਸੰਬੋਧਨ ਕੀਤਾ ਗਿਆ। ਔਰ ਇਹਦੀ ਜੋ ਪ੍ਰਜੈਂਬਲ ਦੇ ਵਿੱਚ ਇਹਦੀ ਜੋ ਨਿਸ਼ਾਨਦੇਹੀ ਕੀਤੀ ਗਈ ਹੈ, ਇਹਦੇ ਕਰੈਕਟਰ ਨੂੰ ਦਰਸਾਇਆ ਗਿਆ, ਉਹਦੇ ਵਿੱਚ ਧਰਮ ਨਿਰਪੱਖਤਾ, ਸੈਕੂਲਰਿਜ਼ਮ ਦੇ ਸੋਸ਼ਲਿਸਟ ਜਿਹੜੇ ਤਿੰਨ ਸ਼ਬਦ ਜਿਹੜੇ ਪ੍ਰਮੁੱਖ ਰੂਪ ਦੇ ਵਿੱਚ ਨੇ। ਔਰ ਇਹਦੇ ਵਿੱਚ ਹੁਣ ਆਪਾਂ ਇਸ ਪ੍ਰਸੰਗਤਾ ਦੇ ਵਿੱਚ ਦੇਖੀਏ, ਪਿਛਲੇ ਸਮੇਂ ਦੇ ਵਿੱਚ ਜੋ ਸੰਘਵਾਦ ਦਾ, ਫੈਡਰਲਿਜ਼ਮ ਦਾ ਜੋ ਸੰਕਲਪ ਹੈ ਉਹਨੂੰ ਡੇ ਟੂ ਡੇ ਖੋਰਾ ਲੱਗਦਾ ਗਿਆ। ਬਹੁਤ ਸਾਰੇ ਜਿਹੜੇ ਸਬਜੈਕਟ ਸੰਘ ਸੂਚੀ ਦੇ ਵਿੱਚ ਸਨ ਉਹਨਾਂ ਨੂੰ ਜਾਂ ਸਮਵਰਤੀ ਸੂਚੀ ਵਿੱਚ ਸ਼ਾਮਲ ਕਰ ਲਿਆ ਜਾਂ ਕੇਂਦਰ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ। ਔਰ ਜਿਹੜੀ ਸਮਵਰਤੀ ਸੂਚੀ ਹੈ ਉਹਦੇ ਵਿੱਚ ਵੀ ਕੇਂਦਰ ਦਿਨੋਂ ਦਿਨ ਹਾਵੀ ਹੁੰਦਾ ਗਿਆ। ਮੈਂ ਕਰੋਨਾ ਕਾਲ ਦੇ ਹਵਾਲੇ ਨਾਲ ਹੀ ਗੱਲ ਕਰਨੀ ਚਾਹਾਂਗਾ। ਕਰੋਨਾ ਕਾਲ ਦੇ ਵਿੱਚ ਜੇ ਆਪਾਂ ਗੱਲ ਕਰੀਏ, ਖਾਸ ਕਰਕੇ ਹੁਣ ਜਿਹੜਾ ਸਿਹਤ ਦਾ ਮਸਲਾ ਹੈ, ਸਿਹਤ ਦਾ ਜਿਹੜਾ ਪ੍ਰਬੰਧ ਹੈ ਉਹ ਸਮਵਰਤੀ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ। ਔਰ ਕਰੋਨਾ ਟ੍ਰੈਜਡੀ ਨੂੰ ਨਜਿੱਠਣ ਦੇ ਨਾਂ ਥੱਲੇ ਜੋ ਕੇਂਦਰ ਨੇ ਬਿਹੇਵ ਕੀਤਾ ਹੈ, ਸਾਰੀਆਂ ਹੀ ਜੋ ਪਾਲਿਸੀਆਂ, ਜੋ ਦਿਸ਼ਾ ਨਿਰਦੇਸ਼ ਆਉਂਦੇ ਰਹੇ ਨੇ ਉਹ ਕੇਂਦਰ ਵੱਲੋਂ ਆਉਂਦੇ ਰਹੇ, ਸਟੇਟ ਗੌਰਮੈਂਟਾਂ ਨੂੰ ਲਾਗੂ ਕਰਦੀਆਂ ਰਹੀਆਂ ਨੇ। ਇੱਥੋਂ ਤੱਕ ਕਿ ਪੈਸੇ ਧੇਲੇ ਵਾਸਤੇ ਵੀ ਉਹ ਜਿਹੜੀਆਂ ਕੇਂਦਰ ਸਰਕਾਰ ਦੀ ਮਥਾਜੀ ਚੱਲਦੀਆਂ ਰਹੀਆਂ ਨੇ। ਇੱਕ ਬੜਾ ਵੱਡਾ ਮਸਲਾ ਹੈ। ਦੂਜੇ ਪਾਸੇ ਅਸੀਂ ਇਹ ਦੇਖਿਆ ਪਿਛਲੇ ਸਮੇਂ ਦੇ ਵਿੱਚ ਕਿ GST ਇੱਕ ਬੜਾ ਵੱਡਾ ਮੁੱਦਾ ਬਣ ਕੇ ਉੱਭਰਿਆ ਸੀ, ਜਿਹਨੂੰ ਵਨ ਨੇਸ਼ਨ ਵਨ ਟੈਕਸ ਦਿੱਤਾ ਗਿਆ ਸੀ। ਉਹਨੇ ਸਾਡੇ ਜਿਹੜਾ ਇਕੋਨਮੀ ਕਰੈਕਟਰ ਹੈ ਫੰਡਾਲਿਜ਼ਮ ਦਾ, ਫੈਡਰਲਿਜ਼ਮ ਦਾ, ਪੈਸੇ ਦਾ ਪ੍ਰਬੰਧ ਹੈ, ਪੈਸੇ ਪੱਖੋਂ ਜੋ ਮੁੱਖ ਜਿਹੜੇ ਆਰਥਿਕ ਸਰੋਤ ਨੇ ਉਹ ਕੇਂਦਰ ਨੇ ਖਿੱਚ ਕੇ ਆਪਦੇ ਹੱਥਾਂ ਹੇਠਾਂ ਕਰ ਲਏ ਅਤੇ ਇੱਕ ਤਰ੍ਹਾਂ ਜਿਹੜੇ ਹੁਣ ਸਟੇਟ ਗੌਰਮੈਂਟਾਂ ਨੇ ਉਹ ਕੇਂਦਰ ਦੀ ਦਇਆ ਦਾ ਪਾਤਰ ਬਣੀਆਂ। ਇਹ ਕਰੋਨਾ ਟ੍ਰੈਜਡੀ ਦੇ ਵਿੱਚ ਅਸੀਂ ਇਹ ਸਥਿਤੀ ਵੀ ਦੇਖੀ ਕਿ ਸਰਕਾਰਾਂ ਖਾਸ ਕਰਕੇ ਜਿਹੜੀਆਂ ਗੈਰ ਕਾਂਗਰਸੀ, ਗੈਰ ਭਾਜਪਾ ਸਰਕਾਰਾਂ ਨੇ ਉਹ ਬੜੀਆਂ ਪਰਚਮ ਸੁਰ ਦੇ ਵਿੱਚ ਕੇਂਦਰ ਸਰਕਾਰ ਉੱਤੇ ਦੋਸ਼ ਲਾਉਂਦੀਆਂ ਰਹੀਆਂ ਕਿ ਉਹਨਾਂ ਨੂੰ ਇਸ ਟ੍ਰੈਜਡੀ ਨਾਲ ਨਜਿੱਠਣ ਲਈ ਵਿੱਤੀ ਮਦਦ ਤਾਂ ਕੀ ਮਿਲਣੀ ਸੀ, ਸਗੋਂ ਜਿਹੜੇ GST ਦੇ ਜਾਂ ਹੋਰ ਜਿਹੜੇ ਉਹਨਾਂ ਦੇ ਬਕਾਏ ਨੇ
ਉਹ ਵੀ ਸਮਾਂ ਸਿਰ ਅਦਾ ਨਹੀਂ ਕੀਤੇ ਗਏ, ਜਿਸ ਕਰਕੇ ਉਹ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਫਸ ਰਹੀਆਂ ਨੇ। ਇਹ ਨਹੀਂ ਕਿ ਭਾਜਪਾ ਸ਼ਾਸਿਤ ਸਰਕਾਰਾਂ ਦੀ ਸ਼ਿਕਾਇਤਾਂ ਨਹੀਂ ਸੀ, ਸ਼ਿਕਾਇਤਾਂ ਉਹਨਾਂ ਦੀਆਂ ਵੀ ਸੀ, ਪਰ ਉਹ ਪਾਰਟੀ ਦੇ ਡਿਸਪਲਿਨ ਕਰਕੇ ਉਵੇਂ ਉੱਭਰ ਕੇ ਸਾਹਮਣੇ ਨਹੀਂ ਆਈਆਂ। ਇੱਕ ਇਹ ਮਸਲਾ। ਦੂਸਰਾ ਮਸਲਾ ਇੱਕ ਮੈਂ ਹੋਰ ਇਹਦੇ ਨਾਲ ਜੋੜ ਕੇ ਦੇਖਦਾ ਕਿ ਜਦੋਂ ਇਹ ਟ੍ਰੈਜਡੀ ਸ਼ੁਰੂ ਹੋਈ ਆ, ਉਸ ਤੋਂ ਪਹਿਲਾਂ ਭਾਜਪਾ ਨੇ ਇੱਕ ਬੜਾ ਵੱਡਾ ਫੈਸਲਾ ਲਿਆ ਸੀ। ਉਹ ਲਿਆ ਸੀ ਸਿਟੀਜ਼ਨ ਰਜਿਸਟਰ ਦਾ, ਜਾਂ ਜਿਹੜਾ ਹੈਗਾ ਸੀ ਸੋਧਿਆ ਹੋਇਆ ਨਾਗਰਿਕ ਕਾਨੂੰਨ ਅਤੇ ਜਿਹੜਾ ਨੈਸ਼ਨਲ ਨਾਗਰਿਕ ਰਜਿਸਟਰ। ਉਹ ਮਸਲਾ ਬੜਾ ਭਖਿਆ, ਖਾਸ ਕਰਕੇ ਜਦੋਂ ਜਿਹੜਾ ਸੋਧਿਆ ਨਾਗਰਿਕ ਕਾਨੂੰਨ ਲਾਗੂ ਕੀਤਾ ਗਿਆ, ਉਹਦੇ ਵਿੱਚ ਜਿਹੜੇ ਕਿਉਂਕਿ ਸਾਡਾ ਜੋ ਨਾਗਰਿਕ ਦੀ ਪਰਿਭਾਸ਼ਾ ਹੈ, ਉਹਦੇ ਵਿੱਚ ਇਹ ਸਪੈਸੀਫਿਕ ਨਹੀਂ ਕੀਤਾ ਗਿਆ ਰਿਲੀਜਨ ਪਾਰਟ ਨੂੰ। ਪਰ ਜੋ ਸੋਧਿਆ ਹੋਇਆ ਨਾਗਰਿਕ ਕਾਨੂੰਨ ਹੈ, ਇਹਦੇ ਜਦੋਂ 6 ਮੁਲਕਾਂ ਦੇ ਗੁਆਂਢੀ ਮੁਲਕਾਂ ਦੇ ਜਿਹੜੇ ਵਿਕਟਿਮਾਈਜ਼ ਨਾਗਰਿਕ ਨੇ ਉੱਥੋਂ ਦੇ, ਉਹਨਾਂ ਨੂੰ ਭਾਰਤ ਵਿੱਚ ਸ਼ਰਨ ਦੇਣ ਜਾਂ ਭਾਰਤੀ ਨਾਗਰਿਕਤਾ ਦੇਣ ਦਾ ਜੋ ਆਧਾਰ ਮਿਥਿਆ ਗਿਆ, ਉਹਦੀ ਪਹਿਚਾਣ ਇੱਕ ਵਿਸ਼ੇਸ਼ ਧਰਮ ਨੂੰ ਛੱਡ ਕੇ ਬਾਕੀ ਧਰਮਾਂ ਨਾਲ ਜੋੜ ਦਿੱਤੀ। ਯਕੀਨਨ ਤੌਰ 'ਤੇ ਇਹ ਮੁੱਦਾ ਜਿਹੜਾ ਸਾਡੇ ਇੰਡੀਅਨ ਕਾਨਸਟੀਟਿਊਸ਼ਨ ਦੇ ਕਰੈਕਟਰ ਨਾਲ ਅਤੇ ਪ੍ਰਜੰਬਲ ਨਾਲ ਟਕਰਾਅ ਪੈਦਾ ਕਰਦਾ ਸੀ। ਵਿਰੋਧ ਹੋਣਾ ਲਾਜ਼ਮੀ ਸੀ, ਵਿਰੋਧ ਹੋਇਆ, ਔਰ ਵੱਡੇ ਪੱਧਰ ਉੱਤੇ ਵਿਰੋਧ ਜਿਹੜਾ ਬਿਯੋਂਡ ਪੋਲੀਟੀਕਲ ਪਾਰਟੀ ਹੋਇਆ। ਵਿਦਿਆਰਥੀ, ਨੌਜਵਾਨ ਇਹਦੇ ਵਿੱਚ ਸਭ ਤੋਂ ਵੱਧ ਉੱਭਰ ਕੇ ਸਾਹਮਣੇ ਆਏ। ਸ਼ਹੀਨ ਜਿਹੜਾ ਬਾਗ ਮੋਰਚਾ ਅਸੀਂ ਦੇਖਿਆ, ਉਹਦੀ ਤਰਜ਼ 'ਤੇ ਸਾਡੇ ਪੰਜਾਬ ਦੇ ਵਿੱਚ ਮਲੇਰਕੋਟਲਾ ਅਤੇ ਹੋਰ ਕਈ ਥਾਵਾਂ 'ਤੇ ਵੀ, ਲੁਧਿਆਣੇ ਵੀ ਇਹੋ ਜਿਹੇ ਮੋਰਚੇ ਲੱਗੇ, ਔਰ ਇਹ ਸਾਰੇ ਮੋਰਚੇ ਮੁਲਕ ਭਰ ਵਿੱਚ ਲੱਗੇ, ਜਿਨ੍ਹਾਂ ਨੇ ਭਾਜਪਾ ਦੀ ਨੀਂਦ ਉਡਾ ਕੇ ਰੱਖ ਦਿੱਤੀ। ਔਰ ਕਰੋਨਾ ਟ੍ਰੈਜਡੀ ਕਰਕੇ ਜਿਹੜੇ ਹੈਗੇ ਆ ਉਹ ਮੋਰਚੇ, ਜੋ ਉਹਨਾਂ ਦਾ ਮਿਥਿਆ ਹੋਇਆ ਟੀਚਾ ਸੀ, ਉਹ ਟੀਚੇ ਨੂੰ ਹਾਸਲ ਕੀਤੇ ਬਿਨਾਂ ਉੱਠ ਗਏ ਜਾਂ ਉਠਾ ਦਿੱਤੇ ਗਏ। ਪਰ ਹੁਣ ਦੇਖੋ, ਇੱਥੇ ਇੱਕ ਸੋਚਣ ਵਾਲੀ ਇੱਕ ਹੋਰ ਗੱਲ ਹੈ। ਹਾਲਾਂਕਿ ਇਹ ਬੜਾ ਸਪਸ਼ਟ ਰੂਪ 'ਚ ਕੇਂਦਰ ਸਰਕਾਰ ਭਾਜਪਾ ਵਾਰ-ਵਾਰ ਕਹਿ ਰਹੀ ਸੀ ਕਿ ਜਿਹੜੀ ਇਹ ਕਰੋਨਾ ਜਿਹੜਾ ਫਿਨੋਮਨਾ ਹੈ, ਕਰੋਨਾ ਜਿਹੜੀ ਟ੍ਰੈਜਡੀ ਹੈ, ਮਹਾਂਮਾਰੀ ਹੈ, ਇਹ ਨੈਸ਼ਨਲ ਜਿਹੜੀ ਟ੍ਰੈਜਡੀ ਹੈ, ਨੈਸ਼ਨਲ ਐਮਰਜੈਂਸੀ ਹੈ। ਇਹਨੂੰ ਬਿਯੋਂਡ ਪੋਲੀਟੀਕਲ ਪਾਰਟੀ ਦੀਆਂ ਲੀਹਾਂ ਤੋਂ ਉੱਪਰ ਉੱਠ ਕੇ ਮੁਲਕ ਨੂੰ ਇਕਮੁੱਠ ਹੋ ਕੇ ਨਜਿੱਠਣਾ ਚਾਹੀਦਾ। ਸਵਾਗਤ ਹੈ, ਹਰ ਕੋਈ ਚਾਹੇਗਾ, ਕਿਉਂਕਿ ਇਸ ਵਕਤ ਜਿਹੜੀ ਰਾਜਨੀਤੀ ਨਾ ਕੀਤੀ ਜਾਵੇ, ਪਾਰਟੀ ਦੀਆਂ ਰਾਜਨੀਤੀ ਜਿਹੜੀਆਂ ਹੱਦਬੰਦੀਆਂ ਨੇ ਉਹਦੇ ਤੋਂ ਉੱਪਰ ਉੱਠ ਕੇ ਇਸ ਸਾਰੇ ਨਾਲ ਨਜਿੱਠਣ ਦੀ ਜਿਹੜੀ ਹੈਗੀ ਆ ਕੋਈ ਸਾਂਝੀ ਰਣਨੀਤੀ ਤਿਆਰ ਕੀਤੀ ਜਾਵੇ। ਕਿਉਂਕਿ ਭਾਜਪਾ ਕੇਂਦਰ ਦੇ ਵਿੱਚ ਸ਼ਾਸਤ ਹੈ, ਬਹੁਤ ਸਾਰੇ ਸੂਬਿਆਂ 'ਚ ਰਾਜ ਹੈ, ਅਤੇ ਉਹਨਾਂ ਨੂੰ ਇਸ 'ਚ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਸੀ। ਪਰ ਪ੍ਰੈਕਟਿਸ ਦੇ ਵਿੱਚ ਅਸੀਂ ਕੀ ਦੇਖਿਆ ਕਿ ਉਹ ਗੱਲ ਸਾਹਮਣੇ ਨਜ਼ਰ ਨਹੀਂ ਆਈ। ਔਰ ਜਿਹੜੀਆਂ ਸਾਡੀਆਂ ਮੁੱਖ ਵਿਰੋਧੀ ਪਾਰਟੀ ਕਾਂਗਰਸ ਜਾਂ ਹੋਰ ਛੋਟੀਆਂ ਮੋਟੀਆਂ ਪਾਰਟੀਆਂ, ਰੀਜਨਲ ਪਾਰਟੀਆਂ, ਉਹ ਸਾਰੀਆਂ ਚਾਹੇ ਮੰਨੋ ਅਤੇ ਚਾਹੇ ਮਜਬੂਰੀ 'ਚ ਉਹ ਇਸ ਮਸਲੇ 'ਤੇ ਕੇਂਦਰ ਸਰਕਾਰ ਦੇ ਨਾਲ ਖੜੀਆਂ। ਬਹੁਤ ਸਾਰੇ ਕਿੰਤੂ ਪਰੰਤੂ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਦਾ ਡਟ ਕੇ ਸਾਥ ਦਿੱਤਾ। ਹਾਲਾਤ ਇੱਥੋਂ ਬਣ ਗਏ। ਮੈਂ ਦੱਸਣਾ ਚਾਹਾਂਗਾ, ਇੰਨੇ ਦਿਨਾਂ ਦੇ ਵਿੱਚ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸਾਂ। ਆਰਟੀਕਲ ਰਾਜ ਘਰ ਦੇ ਪਾਰਟੀ ਦੇ ਬੜੇ ਵੱਡੇ ਲੀਡਰ ਦਾ ਸੀ, ਔਰ ਆਰਟੀਕਲ ਦਾ ਹੈਡਿੰਗ ਹੀ ਬੜਾ ਕੁਛ ਕਹਿ ਜਾਂਦਾ ਸਾਡੀ ਉਹ ਨੈਸ਼ਨਲ ਹਾਵੀ ਪੋਲੀਟੀਕਲ ਸੋਚ 'ਚ ਜਾਂ ਪੋਲੀਟੀਕਲ ਸਾਡੇ ਕਲਚਰ ਦੇ ਬਾਰੇ। ਉਹ ਕੀ ਕਹਿ ਰਿਹਾ ਕਿ ਵਿਰੋਧੀ ਧਿਰ ਆਪਣੀ ਭੂਮਿਕਾ ਕਿਵੇਂ ਨਿਭਾਵੇ। ਹੁਣ ਵਿਰੋਧੀ ਧਿਰ ਨੇ ਕਿਵੇਂ ਭੂਮਿਕਾ ਨਿਭਾਉਣੀ ਹੈ, ਇਹਦੀ ਦਿਸ਼ਾ ਨਿਰਦੇਸ਼, ਇਹਦੇ ਜਿਹੜੀ ਡਾਇਰੈਕਸ਼ਨ ਹੈ, ਉਹ ਰੂਲਿੰਗ ਪਾਰਟੀ ਤੈਅ ਕਰ ਰਹੀ ਹੈ। ਔਰ ਅਸੀਂ ਦੇਖਿਆ ਕਿ ਕਾਂਗਰਸ ਪਾਰਟੀ ਜਾਂ ਕਿਤੇ ਹੋਰ ਦੂਜੀਆਂ ਪਾਰਟੀਆਂ ਇਸ ਮਸਲੇ 'ਤੇ ਦਿਖੀਆਂ ਨਹੀਂ। ਔਰ ਜਿੱਥੋਂ ਤੱਕ ਬਦਲੇ ਦੀ ਗੱਲ ਹੈ, ਵੀ ਬਦਲੇ ਦੀ ਜਾਂ ਪੋਲੀਟਿਕਸ ਦੀ ਗੱਲ ਹੈ, ਜਿਹੜੇ ਸਾਡੇ ਡੈਮੋਕ੍ਰੇਟਸ ਰਾਈਟਸ ਨੂੰ ਲੈ ਕੇ ਆਰਗੇਨਾਈਜੇਸ਼ਨਾਂ ਨੇ, ਜਮਹੂਰੀ ਅਧਿਕਾਰ ਕਾਰਕੁਨ ਨੇ, ਜਾਂ ਐਨਵਾਇਰਮੈਂਟਲ ਦੇ ਖਿੱਤੇ ਵਿੱਚ ਕੰਮ ਕਰਦੀਆਂ ਸਮਾਜਿਕ ਜਥੇਬੰਦੀਆਂ ਦੇ ਕਾਰਕੁਨ ਨੇ, ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਦੇ ਵਿੱਚੋਂ ਜਿਹੜੇ ਸਾਡੇ ਨੈਸ਼ਨਲ ਰਿਸੋਰਸਿਸ ਨੇ, ਜੰਗਲ ਹੈ, ਆਦੀਵਾਸੀ ਜੰਗਲ ਹੈ, ਜਾਂ ਹੋਰ ਸਾਡੇ ਨੈਸ਼ਨਲ ਰਿਸੋਰਸ ਨੇ, ਉਹਨਾਂ ਦੀ ਕਾਨੂੰਨੀ ਅਤੇ ਗੈਰ ਕਾਨੂੰਨੀ ਧੱਕੜ ਢੰਗ ਨਾਲ ਜਿਹੜੀ ਉਹਨਾਂ ਦੀ ਲੁੱਟ ਹੈ, ਉਹ ਸਾਡੇ ਕਾਰਪੋਰੇਟ ਸੈਕਟਰ, ਚਾਹੇ ਉਹ ਸਾਡੇ ਦੇਸੀ ਨੇ ਚਾਹੇ ਵਿਦੇਸ਼ੀ ਨੇ, ਉਹਨਾਂ ਹੱਥੋਂ ਕਰਵਾਈ ਜਾ ਰਹੀ ਸੀ। ਔਰ ਇਹ ਸੰਸਥਾ ਜਿਹੜੀਆਂ ਡਟ ਕੇ ਅਵੇਅਰਨੈਸ ਵੀ ਕ੍ਰੀਏਟ ਕਰ ਰਹੀਆਂ ਸੀ, ਔਰ ਆਪਣੀ ਯਥਾਵਤ ਸ਼ਕਤੀ ਨਾਲ ਔਰਗੇਨਾਈਜ਼ ਹੋ ਕੇ ਇਹਨੂੰ ਜਥੇਬੰਦਕ ਰੂਪ 'ਚ ਲੜ ਵੀ ਰਹੀਆਂ ਸੀ। ਅਤੇ ਇਹਦੇ ਪ੍ਰਕਾਰ ਬਹੁਤ ਸਾਰੇ ਥਾਵਾਂ ਦੇ ਤਾਂ ਟਕਰਾਅ ਵੀ ਹੋਇਆ, ਅਤੇ ਬਹੁਤ ਸਾਰੇ ਥਾਵਾਂ 'ਤੇ ਸਰਕਾਰ ਨੂੰ ਪਿੱਛੇ ਵੀ ਹਟਣਾ ਪਿਆ। ਅਤੇ ਜਦੋਂ ਇਹ ਟ੍ਰੈਜਡੀ ਲਾਗੂ ਹੋਈ, ਅਸੀਂ ਦੇਖਿਆ
ਕਿ ਉਹ ਸਾਰੇ ਲੋਕਾਂ ਨੂੰ ਧੜਾ ਧੜ ਪੁਰਾਣੇ ਕੇਸਾਂ ਦੇ ਵਿੱਚ ਖੋਲ ਕੇ ਕੋਈ ਬੇਬੁਨਿਆਦ ਕੇਸ ਦਰਜ ਕਰਕੇ ਜਾਂ ਕੁਝ ਇਹੋ ਜਿਹੇ ਬਹਾਨਿਆਂ ਨਾਲ ਖਾਸ ਕਰਕੇ ਵਿਦਿਆਰਥੀਆਂ ਨੂੰ, ਨੌਜਵਾਨਾਂ ਨੂੰ ਔਰ ਉਹ ਜਿਹੜੇ ਜਮਹੂਰੀ ਜਾਂ ਵਾਤਾਵਰਨ ਕਾਰਕੁਨ ਨੇ ਉਹਨਾਂ ਨੂੰ ਜਿਹੜਾ ਹੈਗਾ ਜੇਲ੍ਹਾਂ ਦੇ ਵਿੱਚ ਧੱਕਿਆ ਗਿਆ, ਜੇਲ੍ਹਾਂ 'ਚ ਬੰਦ ਕੀਤਾ ਗਿਆ। ਇੱਕ ਤਰ੍ਹਾਂ ਨਾਲ ਡੈਮੋਕ੍ਰੇਟਸ ਜਿਹੜਾ ਪ੍ਰੋਸੈਸ ਆ ਸਾਡਾ ਇੰਡੀਆ ਦਾ, ਉਹ ਇੱਕ ਤਰ੍ਹਾਂ ਪੂਰੀ ਤਰ੍ਹਾਂ ਪੈਰਾਲਾਈਜ਼ ਹੋ ਕੇ ਰਹਿ ਗਿਆ। ਉਹਨੂੰ ਰਿਵਾਈਵਲ ਕਰਨ ਦਾ ਮੁੱਦਾ ਓਨਾ ਹੀ ਗੰਭੀਰ ਹੈ ਜਿੰਨਾ ਮੁਲਕ ਦੀ ਇਕੋਨਮੀ ਨੂੰ ਰਿਵਾਈਵਲ ਕਰਨ ਦਾ ਮੁੱਦਾ ਹੈਗਾ। ਇੱਕ ਹੋਰ ਇਹਦੇ ਨਾਲ ਜਦੋਂ ਅਸੀਂ ਇੰਡਸਟਰੀ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਮਹਿਸੂਸ ਹੁੰਦਾ ਕਿ ਹਾਲਾਂਕਿ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਜੋ ਇਕੋਨਮਿਕ ਡਿਵੈਲਪਮੈਂਟ ਜਿਹੜਾ ਮਾਡਲ ਸਾਡੇ ਵਿਸ਼ਵ ਭਰ ਵਿੱਚ ਲਾਗੂ ਕੀਤਾ ਗਿਆ, ਉਹਨੇ ਪੈਦਾਵਾਰ ਦੇ ਜੋ ਸਾਧਨ ਸੀ, ਜੋ ਧਾਰਨਾ ਸੀ, ਉਹ ਸਾਰੇ ਬੁਨਿਆਦੀ ਰੂਪ ਦੇ ਕਾਫੀ ਕੁਛ ਬਦਲ ਕੇ ਅਦਲ ਬਦਲ ਕਰਕੇ ਰੱਖ ਦਿੱਤਾ। ਕਿਰਤੀ ਅਤੇ ਕਿਰਤ ਦੀ ਜਿਹੜੀ ਭੂਮਿਕਾ ਪੈਦਾਵਾਰ ਦੇ ਵਿੱਚ ਘਟਾਈ ਗਈ ਅਤੇ ਉਹ ਹੌਲੀ ਹੌਲੀ ਜਿਹੜਾ ਹੈਗਾ ਉਹਦੀ ਕਦਰ ਘਟਾਈ ਕਰਕੇ ਉਹਨੂੰ ਬਾਹਰ ਕੱਢਣ ਦੇ ਯਤਨ ਹੋਏ ਨੇ। ਫਿਰ ਵੀ ਜਿੰਨਾ ਕੁ ਹੈ ਉਹਨਾਂ ਕੁ ਵੀ ਜਿਹੜਾ ਸਾਡੇ ਕਿਰਤ ਅਤੇ ਕਿਰਤੀ ਦੀ ਭੂਮਿਕਾ ਅੱਜ ਵੀ ਪੈਦਾਵਾਰ ਦੇ ਵਿੱਚ ਹੈ। ਜਦੋਂ ਅਸੀਂ ਇੰਡਸਟਰੀ ਨੂੰ ਦੁਬਾਰਾ ਸੁਰਜੀਤ ਕਰਨ ਦੀ ਗੱਲ ਕਰਦੇ ਹਾਂ, ਇੰਡਸਟਰੀ ਨੂੰ ਮੁੜ ਲੀਹਾਂ 'ਤੇ ਗੱਲ ਕਰਦੇ ਹਾਂ, ਵੱਡਾ ਪੈਕੇਜ ਵੀ ਦਿੱਤਾ ਗਿਆ, ਉਸ ਪੈਕੇਜ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇੱਕ ਅਹਿਮ ਫੈਕਟਰ ਹੈਗਾ ਕਿ ਜਿਹੜੇ ਮਜ਼ਦੂਰ ਨੇ, ਜਿਹੜੇ ਸਕਿਲਡ ਅਨਸਕਿਲਡ ਵਰਕਰ ਨੇ ਜਾਂ ਜਿਹੜੇ ਸਹਾਇਕ ਟਰਾਂਸਪੋਰਟਰ ਨੇ, ਹੋਰ ਬੜਾ ਕੁਛ ਇਹਦੇ ਨਾਲ ਇੱਕ ਪ੍ਰੋਡਕਸ਼ਨ ਦੇ ਵਿੱਚ ਜੁੜਿਆ ਹੁੰਦਾ, ਰਾਹ ਮਟੀਰੀਅਲ ਅਤੇ ਜਿਹੜੇ ਸਹਾਇਕ ਧੰਦੇ ਜੁੜੇ ਹੁੰਦੇ ਨੇ, ਉਹਨਾਂ ਨੂੰ ਮੰਡੀ ਦੇ ਵਿੱਚ ਪਹੁੰਚਾਉਣਾ ਕਿਵੇਂ ਆ, ਮਾਰਕੀਟਿੰਗ ਦੇ ਬਹੁਤ ਸਾਰੇ ਜਿਹੜੇ ਲੋਕ ਅਤੇ ਜਿਹੜੇ ਤਰੀਕੇ ਘਰ ਜੁੜੇ ਹੁੰਦੇ ਨੇ। ਅਤੇ ਗੱਲ ਮਜ਼ਦੂਰ ਦੀ ਕਰਦੇ ਹਾਂ। ਪਿਛਲੇ ਸਾਲ ਆਪਾਂ ਸਮਝ ਕੇ ਦੇਖਿਆ ਕਿ ਲੋਕਡਾਊਨ ਹੋਣ ਕਰਕੇ ਮਜ਼ਦੂਰਾਂ ਨੂੰ ਲਵਾਰਸ ਜਿਹੜਾ ਛੱਡ ਦਿੱਤਾ ਗਿਆ। ਹਾਲਾਂਕਿ ਉਹ ਸਾਡੀ ਜਿਹੜੀ ਆਪਾਂ ਕਹਿ ਲਈਏ ਮੁਲਕ ਦਾ ਉਹ ਸਰਮਾਇਆ ਹੈ ਜਿਹਦੇ ਸਰਮਾਏ ਬਿਨਾਂ ਜਿਹੜਾ ਸਾਡੀ ਨੀਤੀਆਂ ਜਾਂ ਸਾਡੀ ਮਸ਼ੀਨਰੀ ਉਹਨਾਂ ਚਿਰ ਬੇਕਾਰ ਹੈ ਜਿੰਨਾ ਚਿਰ ਸਰਮਾਇਆ ਉਹਨੂੰ ਮਲਟੀਪਲਾਈ ਕਰਕੇ ਉਹ ਚੱਕੇ ਨੂੰ ਗੇੜਦਾ ਨਹੀਂ। ਅਤੇ ਇਹ ਜਿਹੜੇ ਮਜ਼ਦੂਰ ਸੀ ਲਵਾਰਸ ਛੱਡ ਦਿੱਤੇ ਗਏ। ਦਾਅਵਾ ਇਹ ਵੀ ਕੀਤਾ ਗਿਆ, ਵਾਅਦਾ ਇਹ ਵੀ ਕੀਤਾ ਗਿਆ ਕਿ ਉਹਨਾਂ ਨੂੰ ਖਾਣ ਪੀਣ ਦੇ ਵਾਜੋ ਪ੍ਰਬੰਧ ਕੀਤੇ ਨੇ, ਰਿਹਾਇਸ਼ ਦੇ ਪ੍ਰਬੰਧ ਕੀਤੇ ਨੇ, ਪਰ ਉਹ ਕਿਤੇ ਬਹੁਤੀ ਥਾਵਾਂ 'ਤੇ ਦਿਖੇ ਨਹੀਂ। ਇਹਦੇ ਨਾਲ ਗੱਲ ਇੱਕ ਹੋਰ ਜੋੜ ਲਾ ਕਿ ਸਾਡੇ ਵਿੱਚ ਅਨਾਜ ਬੜਾ ਸਰਪਲਸ ਪਿਆ। ਕਿਹਾ ਗਿਆ ਕਿ ਉਹ 6 ਸਾਲਾਂ ਤੱਕ ਪਿਆ। ਕੇਂਦਰ ਨੇ ਕੁਛ ਮਦਦ ਜਿਹੜੀ ਹੈਗੀ ਆ ਉਹ ਭੇਜੀ, ਜਿਹਦੇ ਵਿੱਚ ਆਪਾਂ ਚਰਚਾ ਕਰ ਚੁੱਕੇ ਹਾਂ ਕਿ 5 ਕਿਲੋ ਕੁਛ ਅਨਾਜ ਜਾਂ ਚੌਲ ਇਹੋ ਜਿਹਾ ਕੁਛ ਵਗੈਰਾ। ਹਾਲਾਂਕਿ ਨਿਊਟ੍ਰੀਸ਼ਨ ਦੇ ਮੈਥਡ ਤੋਂ ਇਹ ਚੀਜ਼ਾਂ ਜਿਹੜੀਆਂ ਸੰਤੁਲਿਤ ਭੋਜਨ ਤੋਂ ਕਾਫੀ ਨੀਵੀਆਂ ਨੇ। ਇਹਦੇ ਵਿੱਚ ਹੋਰ ਬੜਾ ਕੁਛ ਚਾਹੀਦਾ, ਦਾਲਾਂ ਦੀ ਵੈਰਾਇਟੀ ਚਾਹੀਦੀ ਹੈ, ਹਾਈ ਪ੍ਰੋਟੀਨ ਚਾਹੀਦਾ, ਦੁੱਧ ਚਾਹੀਦਾ, ਅਤੇ ਜਿਹੜੇ ਆਟੇ ਨੂੰ ਪਕਾਉਣ ਵਾਸਤੇ ਗੈਸ ਚਾਹੀਦੀ ਹੈ, ਬਾਲਣ ਚਾਹੀਦਾ, ਦਾਲਾਂ ਨੂੰ ਰਿੰਨਣ ਵਾਸਤੇ ਲੂਣ ਮਿਰਚ ਚਾਹੀਦਾ, ਘਿਓ ਚਾਹੀਦਾ, ਚਾਹ ਵਾਸਤੇ ਖੰਡ ਚਾਹੀਦੀ ਹੈ। ਬੜਾ ਕੁਛ ਇਹਦੇ ਨਾਲ ਜੁੜਿਆ ਹੋਇਆ। ਰਹਿਣ ਵਾਸਤੇ ਜਿਹੜੇ ਹੈਗੇ ਸੈਂਟਰੀ ਦੀਆਂ ਬੜੀਆਂ ਵਧੀਆ ਸਹੂਲਤਾਂ ਚਾਹੀਦੀਆਂ। ਇਹ ਸਾਰਾ ਕੁਛ ਇਹਦੇ 'ਚ ਲਾਗੂ ਹੁੰਦਾ, ਪਰ ਉਹ ਵੀ ਕਿਤੇ ਜਿਹੜਾ ਹੈਗਾ ਨਹੀਂ ਪਹੁੰਚਿਆ। ਜੇ ਪਹੁੰਚਿਆ ਅਤੇ ਕਿਉਂਕਿ ਅਸੀਂ ਜਿਹੜਾ ਸਾਡਾ ਪਿਛਲੇ ਸਮੇਂ ਦੇ ਵਿੱਚ ਜੋ ਇੱਕ ਢਾਂਚਾ ਮਿਥਿਆ ਹੋਇਆ ਸੀ, ਜਿਹਨੂੰ ਅਸੀਂ ਆਤਮ ਨਿਰਭਰ ਢਾਂਚਾ ਪੂਰੀ ਤਰ੍ਹਾਂ ਤਾਂ ਨਹੀਂ ਕਹਿੰਦੇ ਸਾਂ, ਪਰ ਹੈ ਉਹ ਕਾਫੀ ਹੱਦ ਤੱਕ ਸਹਾਇਕ ਸੀ, ਜਿਹਦੇ ਵਿੱਚ ਪਬਲਿਕ ਡਿਸਟਰੀਬਿਊਸ਼ਨ ਸਿਸਟਮ ਸੀ, ਜਿਹਨੂੰ ਅਸੀਂ ਡਿਪੂ ਜਾਂ ਹੋਰ ਸਾਰਾ ਸਿਸਟਮ ਕਹਿੰਦੇ ਸਨ। ਉਹ ਪਿਛਲੇ ਸਮੇਂ 'ਚ ਤਹਿਸ ਨਹਿਸ ਹੋ ਗਿਆ। ਔਰ ਉਹ ਸਿਸਟਮ ਦੇ ਅਣਹੋਂਦ 'ਚ ਕਰਕੇ ਜਿਹੜੇ ਸਾਡੀ ਪੁਲਿਸ ਹੈ, ਜਿਹਦਾ ਕੰਮ ਅਮਨ ਕਾਨੂੰਨ ਬਹਾਲ ਰੱਖਣਾ, ਹੋਰ ਸਾਰਾ ਕੁਛ ਜਿਹੜੀ ਨਿਆਂਇਕ ਏਜੰਸੀਆਂ ਨੇ ਉਹਨਾਂ ਨੂੰ ਅਸਿਸਟ ਕਰਨਾ ਹੈਗਾ, ਉਹ ਸਾਰੀ ਪੁਲਿਸ ਜਿਹੜੀ ਹੈਗੀ ਆ ਇਹ ਵੰਡ ਵੰਡਈਆ ਰਾਸ਼ਨ ਦੇ ਵਿੱਚ ਲਾ ਦਿੱਤੀ ਗਈ। ਅਤੇ ਇਹੋ ਜਿਹਾ ਕੁਛ ਹੋਰ ਪ੍ਰਸ਼ਾਸਨ ਨੇ ਵੀ ਇਹ ਕੁਛ ਲਾਇਆ। ਜੇ ਸਾਡਾ ਜਿਹੜਾ PDS ਸਿਸਟਮ ਨਾਕਾਮ ਨਾ ਕੀਤਾ ਹੋਇਆ ਦਾ ਤਾਂ ਬਹੁਤ ਵੱਡੀ ਭੂਮਿਕਾ ਉਹਦੀ ਹੋਣੀ ਸੀ। ਉਹ PDS ਸਿਸਟਮ ਨੂੰ ਰਿਵਾਈਵ ਕਰਨ ਦਾ ਮੁੱਦਾ ਵੀ ਹੈਗਾ। ਅਤੇ ਗੱਲ ਅਸੀਂ ਕਰ ਰਹੇ ਸਾਂ ਮਜ਼ਦੂਰਾਂ ਦੀ। ਉਹ ਮਜ਼ਦੂਰ ਵਿਗਾੜਨਗੇ ਦੇ ਆਲਮ 'ਚ, ਕਿਉਂਕਿ ਮਜ਼ਦੂਰ ਨੂੰ ਖੱਲਾ ਖਾਣ ਪੀਣ ਵਾਸਤੇ, ਰੋਟੀ ਢਿੱਡ ਭਰਨ ਵਾਸਤੇ ਨਹੀਂ ਚਾਹੀਦੀ। ਉਹਨੂੰ ਜਿਉਂਦੇ ਰਹਿਣ ਲਈ ਇਹੋ ਜਿਹੇ ਮਾਹੌਲ ਦੇ ਵਿੱਚ ਮਾਨਸਿਕ ਸਹਾਰਾ ਵੀ ਚਾਹੀਦਾ, ਆਪਣੇਪਣ ਹੋਣ ਦਾ ਅਹਿਸਾਸ ਹੋਣਾ ਚਾਹੀਦਾ। ਇਹ ਅਹਿਸਾਸ ਆਸੇ ਪਾਸੇ ਦੇ ਸਮਾਜ ਨੇ, ਕੇਂਦਰ ਅਤੇ ਰਾਜ ਸਰਕਾਰਾਂ ਨੇ ਜੇ ਚਾਹੁੰਦਾ ਸੀ ਕਿ ਇਸ ਮੁਸੀਬਤ ਦੀ ਘੜੀ ਇਹ ਜਿਹੜੇ ਪ੍ਰਵਾਸੀ ਮਜ਼ਦੂਰ ਰੋਟੀ ਰੋਜੀ ਦੀ ਭਾਲ ਦੇ ਵਿੱਚ ਆਪਣੇ ਘਰਾਂ ਤੋਂ ਕੋਹਾਂ ਦੂਰ ਬੇਗਾਨੀ ਥਾਂ 'ਤੇ ਬੈਠੇ ਨੇ। ਇਹ ਬੇਗਾਨੀ ਥਾਂ 'ਤੇ ਬੈਠਿਆਂ ਨਾਲ ਉਹ ਲੋਕ ਜਿਨ੍ਹਾਂ ਦਾ ਤੁਸੀਂ ਧੰਦਾ ਕਰਕੇ ਉਹਨਾਂ ਦਾ ਢਿੱਡ ਪਾਲਦੇ ਹੋ, ਉਹਨਾਂ ਦੇ ਉਸਾਰੀ ਕਰਦੇ ਹੋ, ਹੋਰ ਸਾਰੀ ਸੇਵਾ ਕਰਦੇ ਹੋ, ਉਹ ਤੁਹਾਡੇ ਨਾਲ ਨੇ। ਇਹ ਜਿਹੜਾ ਆਪਣੇਪਣ ਦਾ ਅਹਿਸਾਸ
ਜਿਹੜੀਆਂ ਸਟੇਟ ਗੌਰਮੈਂਟਾਂ, ਕੇਂਦਰ ਸਰਕਾਰ ਜਾਂ ਇੰਡਸਟਰੀ ਜਿਨ੍ਹਾਂ ਦਾ ਉਹ ਚੱਕਾ ਗੇੜਦੇ ਸੀ, ਉਹ ਜਿਤਾਉਣ ਦੇ ਵਿੱਚ ਨਾ ਬੁਰੀ ਤਰ੍ਹਾਂ ਨਾਕਾਮ ਸਿੱਧ ਹੋਈਆਂ ਨੇ। ਬੇਗਾਨਵੀ ਦੇ ਆਲਮ 'ਚ, ਭੁੱਖਮਰੀ ਦੀ ਹਾਲਤ ਦੇ ਵਿੱਚ, ਔਰ ਜਿਹੜੀਆਂ ਉਹੋ ਜਿਹੀਆਂ ਰਹਿਣ ਸਹਿਣ ਦੀਆਂ ਭੈੜੀਆਂ ਹਾਲਤਾਂ ਜਿਹੜੀਆਂ ਮਨੁੱਖਤਾ ਛੱਡੋ ਪਸ਼ੂਆਂ ਦੇ ਰਹਿਣ ਦੇ ਯੋਗ ਵੀ ਨਹੀਂ, ਉਹਨਾਂ ਕਰਕੇ ਉਹਨਾਂ ਨੇ ਜਿਹੜਾ ਹੈਗਾ ਇੱਥੋਂ ਜਾਣ ਨੂੰ ਤਰਜੀਹ ਦਿੱਤੀ। ਜਦੋਂ ਇਹ ਮਾਮਲਾ ਉੱਠਿਆ, ਪ੍ਰਵਾਸੀ ਮਜ਼ਦੂਰ ਘਰ ਜਾਣਾ ਚਾਹੁੰਦੇ ਨੇ, ਤਾਂ ਕੇਂਦਰ ਸਰਕਾਰ ਨੇ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਜਿੱਥੇ ਬੈਠੇ ਹੋ ਉੱਥੇ ਬੈਠੇ ਰਹੋ। ਤੇ ਜਦੋਂ ਇਹ ਮਾਮਲਾ ਸਿਰ ਤੋਂ ਲੰਘਦਾ ਨਜ਼ਰ ਆਇਆ ਔਰ ਇੱਥੋਂ ਤੱਕ ਨਜ਼ਰ ਆਇਆ ਕਿ ਇਹਦੇ ਨਾਲ ਵੋਟ ਬੈਂਕ ਨੂੰ ਖਤਰਾ ਬੜਾ ਵੱਡਾ ਖੜਾ ਹੋਣ ਦੀ ਸਥਿਤੀ ਪੈਦਾ ਹੋ ਗਈ, ਤਾਂ ਫਿਰ ਵੱਖ-ਵੱਖ ਜਿਹੜੀਆਂ ਰੇਲਾਂ ਸਟੇਟਾਂ ਤੋਂ ਬੱਸਾਂ ਰਾਹੀਂ ਪਹੁੰਚਾਉਣ ਦੇ ਯਤਨ ਹੋਏ, ਪਰ ਨਾ ਕਾਫੀ ਸਾਧਨ ਨੇ, ਆਪਾਂ ਚਰਚਾ ਕਰ ਚੁੱਕੇ ਹਾਂ। ਹੁਣ ਗੱਲ ਇੱਥੇ ਇਹ ਕਰਨ ਯੋਗ ਹੈਗੀ ਆ ਕਿ ਹੁਣ ਜਿਹੜੇ ਮਜ਼ਦੂਰ ਇੱਥੋਂ ਜਾ ਚੁੱਕੇ ਨੇ, ਉਹਨਾਂ ਦੀ ਅਣਹੋਂਦ ਕਰਕੇ ਇਹ ਕਿਵੇਂ ਜਿਹੜੀ ਇੰਡਸਟਰੀ ਚੱਲੇਗੀ, ਇਹ ਇੱਕ ਬੜਾ ਵੱਡਾ ਮੁੱਦਾ ਹੈਗਾ। ਔਰ ਇੱਕ ਬੜਾ ਵਿਅੰਗ ਦੇਖੋ ਕਿ ਕਹਿ ਰਹੇ ਨੇ ਕਿ ਅਸੀਂ ਮਜ਼ਦੂਰਾਂ ਦੀ ਸੁਰੱਖਿਆ ਵਾਸਤੇ ਉਹਨਾਂ ਦੇ ਪੈਦਲ ਚੱਲਣ 'ਤੇ, ਟਰੱਕਾਂ 'ਤੇ, ਹੋਰ ਸਾਧਨਾਂ 'ਤੇ ਆਪਣੇ ਪਿਤਰੀ ਰਾਜਾਂ ਨੂੰ, ਘਰਾਂ ਨੂੰ ਜਾਣ 'ਤੇ ਪਾਬੰਦੀ ਲਾ ਦਿੱਤੀ ਹੈ ਕਿਉਂਕਿ ਉਹਨਾਂ ਦੀ ਸੁਰੱਖਿਆ ਦਾ ਬੜਾ ਵੱਡਾ ਮਸਲਾ ਜੁੜਦਾ ਹੈ। ਔਰ ਵਿਅੰਗ ਦੇਖੋ ਕਿ ਜਿਹੜੇ ਕਾਨੂੰਨਾਂ ਦੇ ਅਧੀਨ ਉਹਨਾਂ ਨੂੰ ਸੁਰੱਖਿਆ ਮਿਲੀ ਹੋਈ ਹੈ, ਉਹ ਕਾਨੂੰਨ ਬਦਲ ਕੇ ਤੁਸੀਂ ਕਿਹੋ ਜਿਹੀ ਸੁਰੱਖਿਆ ਦੇਣੀ ਚਾਹੁੰਦੇ ਹੋ, ਇੱਕ ਬੜਾ ਵੱਡਾ ਮਸਲਾ। ਦੂਜਾ ਮਸਲਾ, ਇੱਕ ਜਿਹੜਾ ਸਮਾਜ ਦਾ ਇਹ ਉਹ ਸੈਕਸ਼ਨ ਹੈ ਜਿਹਦੀ ਮਹੱਤਤਾ ਦੀ, ਜਿਹਦੀ ਇੰਪੋਰਟੈਂਸ ਦੀ ਸਾਡੀ ਜ਼ਿੰਦਗੀ 'ਚ ਕਿੰਨੀ ਥਾਂ ਹੈ, ਉਹਨੂੰ ਕਦੇ ਵੀ ਅਸੀਂ ਸਵੀਕਾਰਿਆ ਨਹੀਂ, ਕਦਾ ਖਿਆਲ ਨਹੀਂ ਕੀਤਾ। ਇੱਕ ਨਾਈ, ਇੱਕ ਵਾਲਾ ਕੱਟਣ ਵਾਲੇ ਦੀ ਸਾਡੀ ਜ਼ਿੰਦਗੀ 'ਚ ਕੀ ਸਹੂਲਤ ਹੈ, ਇੱਕ ਡਰਾਈਵਰ ਦੀ ਕੀ ਹੈ, ਇੱਕ ਬੂਟ ਪਾਲਿਸ਼ ਦੀ ਕੀ ਹੈ, ਇੱਕ ਰੇਹੜੀ ਵਾਲਾ, ਖੌਂਚੇ ਵਾਲਾ ਜਿਹੜਾ ਸਾਡੇ ਘਰਾਂ 'ਚ ਸਬਜ਼ੀ ਵੇਚਣ ਆਉਂਦਾ, ਉਹਦੀ ਸਾਡੀ ਜ਼ਿੰਦਗੀ 'ਚ ਕੀ ਮਹੱਤਤਾ ਹੈ, ਇੱਕ ਮਾਲ ਦੇ ਵਿੱਚ ਮਜ਼ਦੂਰ ਕੰਮ ਕਰਦਾ, ਉਹਦੀ ਕੀ ਮਹੱਤਤਾ ਹੈ। ਵੱਖ-ਵੱਖ ਸੈਕਸ਼ਨਾਂ ਦਾ ਸਾਨੂੰ ਉਦੋਂ ਅਹਿਸਾਸ ਹੋਇਆ ਜਦੋਂ ਇਹ ਲੋਕ ਸਾਡੇ ਲੋਕਡਾਊਨ ਦੇ ਵਿੱਚ ਘਰਾਂ 'ਚ ਪਹੁੰਚ ਨਹੀਂ ਸਕੇ। ਤਾਂ ਫਿਰ ਸਾਨੂੰ ਦੂਜੇ ਪਾਸੇ ਇਹ ਸੈਕਸ਼ਨਾਂ ਪ੍ਰਤੀ ਸਾਡੀ ਜਿਹੜੀ ਅਪਰੋਚ ਕੀ ਹੈ, ਸਾਡੀ ਜਿਹੜੀ ਸਮਾਜਿਕ ਸਮਝ ਕੀ ਹੈ। ਹਾਲਾਂਕਿ ਸਾਡੇ ਸਮਾਜ ਦੇ ਵਿੱਚ ਭਾਈਚਾਰਕ ਤੰਦਾਂ ਬੜੀਆਂ ਮਜ਼ਬੂਤ ਨੇ, ਸਾਡੇ ਸਮਾਜ ਵਿੱਚ ਦਇਆ ਭਾਵਨਾ ਬੜੀ ਮਜ਼ਬੂਤ ਹੈ, ਸੇਵਾ ਭਾਵਨਾ ਬੜੀ ਮਜ਼ਬੂਤ ਹੈ, ਔਰ ਸਪਸ਼ਟ ਰੂਪ 'ਚ ਸਾਡੇ ਸਾਹਮਣੇ ਵੀ ਆਈ। ਪੰਜਾਬ ਦੇ ਵਿੱਚ ਤਾਂ ਮੈਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਾਂਗਾ, ਥਾਂ ਥਾਂ 'ਤੇ ਗੁਰਦੁਆਰਿਆਂ ਨੇ, ਮੰਦਰਾਂ ਨੇ, ਸਮਾਜ ਸੇਵੀ ਸੰਸਥਾਵਾਂ ਨੇ ਲੰਗਰਾਂ ਦੇ ਤਾਂਤੇ ਬਣ ਦਿੱਤੇ। ਔਰ ਜੇ ਇਹ ਕਿਤੇ ਲੰਗਰ ਨਾ ਲੱਗਦੇ ਤੇ ਫਿਰ ਸਥਿਤੀ ਹੋਰ ਜਿਹੜੀ ਹੈ ਬੜੀ ਭਿਆਨਕ ਹੋਣੀ ਸੀ, ਉਹਦਾ ਖਿਆਲ ਵੀ ਕਮਾ ਦਿੰਦਾ। ਤੇ ਮੈਂ ਗੱਲ ਕਰ ਰਿਹਾ ਸਾਂ ਸਮਾਜ ਦੇ ਉਸ ਵਰਗ ਦੀ ਸੋਚ ਦੀ, ਜਿਹੜਾ ਇਹ ਵਰਗ ਜਿਹੜੇ ਏਸੀਆਂ ਦੇ ਵਿੱਚ ਬੈਠ ਕੇ ਗੱਲ ਕਹਿ ਰਿਹਾ ਕਿ ਲੋਕ ਮਜ਼ਦੂਰਾਂ ਨੂੰ ਸੜਕਾਂ 'ਤੇ ਨਹੀਂ ਹੋਣਾ ਚਾਹੀਦਾ, ਪੈਦਲ ਨਹੀਂ ਤੁਰਨਾ ਚਾਹੀਦਾ, ਉਡੀਕ ਕਰ ਲੈਣੀ ਚਾਹੀਦੀ ਹੈ। ਉਹ ਪਟੜੀਆਂ 'ਤੇ ਸੁੱਤੇ ਕਿਉਂ? ਪਟੜੀਆਂ ਸੌਣ ਵਾਸਤੇ ਤਾਂ ਨਹੀਂ ਨਾ ਬਣੀਆਂ ਹੋਈਆਂ। ਤੇ ਇਹ ਇੱਕ ਸਧਾਰਨ ਏਸੀ 'ਤੇ ਬੈਠੇ ਬੰਦੇ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਇਹ ਸੋਚ ਪਹੁੰਚ ਗਈ ਹੈ। ਔਰ ਤੁਸੀਂ ਸਮਾਜ ਦੀ ਜਿਹੜੀ ਸੰਵੇਦਨਹੀਣਤਾ ਦਾ ਅੰਦਾਜ਼ਾ, ਇਹਦਾ ਪੈਰਾਮੀਟਰ ਇਹੋ ਬਣਦਾ ਕਿ ਸਾਡੀ ਸਮਾਜ ਦੀ ਸਥਿਤੀ ਕੀ ਹੈ। ਬਹੁਤ ਸਾਰੇ ਇਹੋ ਜਿਹੇ ਮੁੱਦੇ ਇਹਦੇ ਨਾਲ ਜੁੜੇ ਹੋਏ ਨੇ ਜਿਹੜੇ ਕਰੋਨਾ ਦੇ ਤੂਫਾਨ ਤੋਂ ਜਾਣ ਤੋਂ ਬਾਅਦ ਖੜ੍ਹੇ ਹੋਏ ਨੇ। ਪੰਜਾਬ ਦੇ ਸੰਦਰਭ ਦੇ ਵਿੱਚ ਗੱਲ ਬਹੁਤ ਲੰਬੀ ਹੋ ਗਈ ਹੈ। ਪੰਜਾਬ ਦੇ ਸੰਦਰਭ ਦੇ ਵਿੱਚ ਜਿਹੜੇ ਬੇਕਾਰੀ ਦਾ ਮਸਲਾ, ਸਟੇਟ ਦਾ ਰੈਵਨਿਊ ਦਾ ਲਗਾਤਾਰ ਘਾਟੇ 'ਚ ਜਾਣਾ, ਜਿਹੜੇ ਵੱਖ-ਵੱਖ ਮਾਫੀਆ ਦਾ ਖੜਨਾ, ਬੇਅਦਬੀ ਦਾ ਮੁੱਦਾ ਜਿਹੜੇ ਪਿਛਲੇ ਸਮੇਂ 'ਚ ਸੈੱਟ ਲੈਣ ਲਾਤੇ ਸੀ, ਨਸ਼ਾਖੋਰੀ ਦਾ ਮੁੱਦਾ, ਬਹੁਤ ਸਾਰੇ ਇਹੋ ਜਿਹੇ ਮੁੱਦੇ ਨੇ ਜਿਹੜੇ ਕਰੋਨਾ ਦੀ ਦਰੀ ਦੇ ਵਿੱਚ ਅਸੀਂ ਧੱਕੇ ਹੇਠਾਂ ਖੜ੍ਹੇ ਕਰ ਦਿੱਤੇ ਸੀ। ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਹਮਣੇ ਆਉਣਗੇ। ਔਰ ਜੋ ਪੋਲੀਟੀਕਲ ਪਾਰਟੀਆਂ ਆਪਣੀ ਭੂਮਿਕਾ ਨਿਭਾਉਣ ਦੀ ਬਜਾਏ ਹਾਸ਼ੀਏ 'ਤੇ ਜਾ ਚੁੱਕੀਆਂ ਨੇ, ਉਹ ਜਿਹੜੀਆਂ ਉਹਨਾਂ ਦਾ ਮੁੜ ਕੇਂਦਰ ਦੇ ਵਿੱਚ ਆਉਣਾ, ਔਰ ਜੋ ਸੰਘਵਾਦ ਸਟਰਕਚਰ ਨੂੰ ਧੱਕਾ ਲੱਗਾ ਉਹਨੂੰ ਫਿਰ ਰਿਵਾਈਵ ਕਰਨਾ, ਇਹ ਬੜੇ ਸਾਰੇ ਮੁੱਦੇ ਨੇ ਜਿਨ੍ਹਾਂ 'ਤੇ ਆਉਣ ਵਾਲੇ ਸਮੇਂ 'ਚ ਚਰਚਾ ਛਿੜੇਗੀ ਔਰ ਅਸੀਂ ਵੀ ਉਸ ਚਰਚਾ ਵਿੱਚ ਸ਼ਾਮਲ ਹੋਵਾਂਗੇ।